अस्सलाम वालेकुम जी। वालेकुम सलाम। बॉस जी डॉक्टर ने दुआने बारे गल की है। ਪੁੱਤਰ ਡਾਕਟਰ ਨੇ ਦੁਹਾਣੇ ਬਾਰੇ ਇਹ ਗੱਲ ਆਖੀ ਹੈ ਕਿ ਜ਼ਿੰਮੇਦਾਰ ਦੁਹਾਣੇ ਨੂੰ ਟੀਕੇ ਲਾਉਂਦੇ ਨੇ। ਇਹਦੇ ਦੋ ਜਵਾਬ ਮੈਂ ਸਾਦਾ ਲਫ਼ਜ਼ਾਂ 'ਚ ਦਿਆਂਗਾ। ਪਹਿਲੀ ਗੱਲ ਇਹ ਹੈ ਕਿ ਉਹ ਜਿਹੜੇ ਡਾਕਟਰ ਨੇ ਇਹ ਗੱਲ ਆਖੀ ਨਾ ਉਹ ਆਪ ਟੀਕੇ ਦਾ ਹੈ। ਉਹ ਮੈਂ ਜ਼ਿੰਮੇਦਾਰ ਸਾਰਿਆਂ ਨੂੰ ਕਹਾਂਗਾ ਕਿ ਗੱਲ ਜਿਹੜੀ ਹੈ ਨਾ ਉਸ ਡਾਕਟਰ ਤੱਕ ਪਹੁੰਚਾਣੀ ਹੈ, ਇੰਨੀ ਸ਼ੇਅਰ ਕਰਨੀ ਹੈ ਕਿ ਜਿੰਨੇ ਏਡੀ ਫਜ਼ੂਲ ਤੇ ਘਟੀਆ ਬਕਵਾਸ ਕੀਤੀ ਹੈ। ਦੂਸਰੀ ਗੱਲ ਇਹ ਹੈ ਕਿ ਜੇ ਕੋਈ ਟੀਕੇ ਲਾਉਂਦੇ ਨੇ ਨਾ ਤੇ ਉਹ ਵੀ ਟੀਕੇ ਦਾ ਹੀ ਨੇ, ਉਹ ਵਪਾਰੀ ਲਾਉਂਦੇ ਨੇ। ਜ਼ਿੰਮੇਦਾਰ ਏਡੀ ਘਟੀਆ ਤੇ ਗੰਦੀ ਸੋਚ ਦਾ ਮਾਲਕ ਨਹੀਂ ਹੈਗਾ। ਜ਼ਿੰਮੇਦਾਰ ਨੂੰ ਇਹ ਬੱਚੇ ਨੇ, ਸਾਨੂੰ ਆਪਣੇ ਬੱਚੇ ਵੀ ਦਿਸਦੇ ਨੇ, ਸਾਡੇ ਆਪਣੇ ਬੱਚੇ ਵੀ ਦਿਸਦੇ ਨੇ ਕਿ ਅਸੀਂ ਜਦੋਂ ਕਿਸੇ ਦੇ ਬੱਚੇ ਨੂੰ, ਕਿਸੇ ਦੇ ਬੱਚਿਆਂ ਨੂੰ, ਕਿਸੇ ਦੇ ਔਲਾਦ ਨੂੰ ਖਾਣ ਲਈ ਕੋਈ ਚੀਜ਼ ਪੈਦਾ ਕਰਕੇ ਦਿੰਦੇ ਆ, ਬਜਾਏ ਸਵਾਬ ਦੇ ਅਸੀਂ ਜਿਹੜਾ ਨਾ ਉਹ ਬਜਾਏ ਜੰਨਤ ਦੇ ਅਸੀਂ ਦੋਜ਼ਖ ਨਹੀਂ ਇਕੱਠੀ ਕਰਨੀ, ਦੋਜ਼ਖ ਦਾ ਬਾਲਣ ਨਹੀਂ ਇਕੱਠਾ ਕਰਨਾ। ਜੇ ਅਸੀਂ ਉਹ ਬਾਲਣ ਇਕੱਠਾ ਕਰਨਾ ਹੁੰਦਾ ਨਾ ਤੇ ਅਸੀਂ ਮਿੱਟੀਆਂ ਨਾ ਪੁੱਟਦੇ ਫਿਰਦੇ ਹੁੰਦੇ। ਇਹ ਉਸ ਡਾਕਟਰ ਤੱਕ ਪਹੁੰਚਾਣੀ ਹੈ, ਉਸ ਟੀਕੇ ਦੇ ਡਾਕਟਰ ਤੱਕ ਜਿਹਨੇ ਆਖਿਆ ਟੀਕਾ। ਔਰ ਜਿਹੜੇ ਟੀਕੇ ਲਾਉਂਦੇ ਨੇ ਨਾ ਦੁਹਾਣਿਆਂ ਨੂੰ ਮਿੱਠਾ ਕਰਨ ਲਈ ਜਾਂ ਰੰਗ ਬਦਲਣ ਲਈ, ਉਹ ਸਾਰੇ ਟੀਕੇ ਦੇ ਨੇ। ਔਰ ਉਹ ਇਹ ਗੱਲ ਮੇਰੀ, ਮੈਂ ਵਾਅਦਾ ਹੈ ਮੇਰਾ, ਮੈਂ ਉਸ ਅੱਲਾਹ ਤਾਲਾ ਦੀ ਜ਼ਾਤ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਜਿਹੜਾ ਬੰਦਾ ਖੁਰਾਕ ਦੇ ਵਿੱਚ, ਬਲਕਿ ਤਾਂ ਕਿਸੇ ਚੀਜ਼ ਦੇ ਵਿੱਚ ਵੀ ਮਿਲਾਵਟ, ਜਿਹੜਾ ਬੰਦਾ ਖੁਰਾਕ ਦੇ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਕਰਦਾ ਹੈ ਔਰ ਖਾਸ ਤੌਰ ਤੇ ਐਸੀ ਮਿਲਾਵਟ ਕਰਦਾ ਹੈ ਜਿਹੜੀ ਸਿਹਤ ਲਈ ਨੁਕਸਾਨਦੇਹ ਹੋਵੇ, ਉਹ ਕਿਸੇ ਸੂਰਤ ਵੀ ਅੱਲਾਹ ਤਾਲਾ ਦਾ ਪਿਆਰਾ ਨਹੀਂ ਹੋ ਸਕਦਾ। ਔਰ ਜਿਹੜਾ ਉਸ ਜ਼ਾਤ ਦਾ ਪਿਆਰਾ ਨਹੀਂ ਨਾ ਹੋ ਸਕਦਾ, ਉਹਦਾ ਕੁਛ ਨਹੀਂ ਹੈਗਾ, ਨਾ ਇਸ ਜਾਨ 'ਚ ਤੇ ਨਾ ਅਗਲੇ ਜਾਨ 'ਚ। ਹੁਣ ਡਾਕਟਰ ਦੀ ਇਸ ਛੋਟੀ ਜੀ ਬਕਵਾਸ ਨਾਲ ਹੋਇਆ ਕੀ ਏ? ਦੇਖੋ, ਰਿਜ਼ਕ ਅੱਲਾਹ ਤਾਲਾ ਦੇ ਵਾਸਤੇ, ਜ਼ਿੰਮੇਦਾਰ ਦਾ ਰਿਜ਼ਕ ਇਹਦੇ ਨਾਲ ਨਹੀਂ ਘਟ ਜਾਣਾ। ਔਰ ਨਾ ਤੇਰੇ ਵਰਗੇ ਲੱਲੂਆਂ ਦੇ ਹੱਥਾਂ 'ਚ ਰਿਜ਼ਕ ਹੈ ਜ਼ਿੰਮੇਦਾਰ ਦਾ। ਜ਼ਿੰਮੇਦਾਰ ਦਾ ਰਿਜ਼ਕ ਉਸ ਮਾਲਕ ਦੇ ਹੱਥ 'ਚ, ਔਰ ਉਸ ਮਾਲਕ ਨੇ ਦੇਣਾ ਹੀ ਦੇਣਾ ਹੈ। ਉਸ ਡਾਕਟਰ ਦੀ ਇਸ ਬਕਵਾਸ ਦਾ ਨੁਕਸਾਨ ਕੀ ਹੋਇਆ ਕਿ ਇਹ ਇੱਕ ਐਸਾ ਖੂਬਸੂਰਤ ਫਰੂਟ ਹੈ ਕਿ ਅਗਰ ਇਹਦੇ ਤੁਹਾਨੂੰ ਫਾਇਦੇ ਕਰਾਵਾਂ, ਮੈਂ ਤੁਹਾਨੂੰ ਫਾਇਦੇ ਵੀ ਦੱਸਣਾ, ਜਿੰਦੇ ਤੋਂ ਸਾਡੀ ਕਈ ਆਵਾਮ ਉਸ ਫਜ਼ੂਲ ਆਦਮੀ ਦੀਆਂ ਗੱਲਾਂ 'ਚ ਆ ਕੇ ਸਾਡੇ ਇਸ ਫਰੂਟ ਤੋਂ ਜਿਹੜੇ ਫਵਾਇਦ ਨੇ ਇਹਦੇ, ਉਹਨਾਂ ਤੋਂ ਰਹਿ ਜਾਣਗੇ। ਇਹਦੇ ਫਾਇਦੇ ਤੁਹਾਨੂੰ ਦੱਸਾਂ, ਇਹਦੇ ਫਾਇਦੇ ਤੁਸੀਂ ਗਿਣ ਹੀ ਨਹੀਂ ਸਕਦੇ। ਦੁਨੀਆ ਜਹਾਨ ਦੇ ਜਿਹੜੇ ਮਰਜ਼ੀ ਡਾਕਟਰ ਨੂੰ ਜਾ ਕੇ ਪੁੱਛ ਲਓ, ਇੰਟਰਨੈਟ ਤੁਹਾਡੇ ਕੋਲ, ਇੰਟਰਨੈਟ ਤੇ ਸਰਚ ਕਰਕੇ ਵੇਖੋ ਇਹਦੇ ਫਾਇਦੇ। ਹੁਣ ਮੈਂ ਤੁਹਾਨੂੰ ਦੱਸਣ ਲੱਗਾ ਇਸ ਤਰਬੂਜ ਦੇ। ਬੇਸਿਕਲੀ ਇਹ ਗਰਮੀ ਦਾ ਤੋਹਫਾ ਹੈ, ਤੋਹਫਾ, ਫਰੂਟ ਨਹੀਂ, ਤੋਹਫਾ। ਦੁਨੀਆ ਜਹਾਨ ਦੇ ਫਰੂਟਾਂ ਤੋਂ ਗਰਮੀ ਦਾ ਬਿਹਤਰੀਨ ਫਰੂਟ। ਹੁਣ ਉਹਦੇ ਫਾਇਦੇ ਤੁਹਾਨੂੰ ਦੱਸਣਾ। ਸਭ ਤੋਂ ਪਹਿਲਾ ਫਾਇਦਾ ਇਹਦਾ ਆ, ਵੱਡਾ ਫਾਇਦਾ, ਕਿ ਇਹਦੇ ਵਿੱਚ ਜਨਾਬ ਫਾਈਬਰ ਹੁੰਦਾ। ਫਾਈਬਰ ਜ਼ਿਆਦਾ ਹੁੰਦਾ, ਧਾਗਾ ਨਮਾਇਣ ਦੇ ਅਜਜ਼ਾ ਜਿਹੜੇ ਹੁੰਦੇ ਉਹ ਜ਼ਿਆਦਾ ਹੁੰਦੇ ਨੇ, ਜਿਹੜੇ ਦੁਨੀਆ ਜਹਾਨ ਦਾ ਇਸ ਤੋਂ ਵੱਡਾ ਮੈਦੇ ਦਾ ਟੌਨਿਕ ਕੋਈ ਨਹੀਂ ਹੈਗਾ। ਮੈਦੇ ਦਾ ਟੌਨਿਕ ਇੱਕ ਗੱਲ, ਯਾਨੀ ਮੈਦੇ ਦੀ ਬਿਹਤਰੀਨ ਚੀਜ਼ ਹੈ। ਜਿਹੜੇ ਬੰਦੇ ਦਾ ਬੜਾ ਮੈਦਾ ਵੀ ਨਹੀਂ ਨਾ ਠੀਕ ਕੰਮ ਨਹੀਂ ਕਰਦਾ, ਉਹ ਬੰਦਾ 10 ਦਿਨ ਤਰਬੂਜ ਖਾਏ ਤੇ ਵੇਖ ਲਾਂਗਾ ਮੈਂ ਕਿਵੇਂ ਮੈਦਾ ਰਹਿੰਦਾ ਹੈ ਕੰਮ ਕਰਨੋਂ। ਦੂਸਰੀ ਗੱਲ ਹੈ ਜਨਾਬ, ਇਹਦੇ ਵਿੱਚ ਵਿਟਾਮਿਨ ਸੀ ਹੈ, ਜਿਹੜਾ ਤੁਹਾਡੀ ਅੱਖਾਂ ਦੀ ਹੈਲਥ ਲਈ ਇੱਕ ਐਸਾ ਫਰੂਟ ਹੈ, ਤੁਹਾਡੀਆਂ ਅੱਖਾਂ ਔਰ ਜਿਲਦ ਲਈ ਇੱਕ ਐਸਾ ਫਰੂਟ ਹੈ ਕਿ ਇਹਦਾ ਨੇਮੁਲ ਬਦਲ ਹੀ ਕੋਈ ਨਹੀਂ ਹੈਗਾ। ਔਰ ਕੋਈ ਬੰਦਾ ਇਹਨੂੰ ਥੋੜਾ ਜਿਹਾ ਰੂਟੀਨ ਨਾਲ, ਇਸ ਤਰਬੂਜ ਨੂੰ, ਇਹਨੂੰ ਮੁਨਾਸਬ ਆਪਦੀ ਖੁਰਾਕ ਦੇ ਮੁਤਾਬਕ ਇਹਨੂੰ ਥੋੜਾ ਜਿਹਾ ਮੁਨਾਸਬ ਇਸਤੇਮਾਲ ਕਰਕੇ ਵੇਖੇ, ਉਹਦੀ ਇਨਸ਼ਾਅੱਲਾ ਤਾਲਾ ਅੱਖਾਂ ਦੀ ਜਿਹੜੀ ਸਿਹਤ ਵੀ ਬਹਾਲ ਹੋ ਜਾਏਗੀ ਔਰ ਉਹਦੀ ਜਿਲਦ ਵੀ ਜਿਹੜੀ ਬਹਾਲ ਹੋ ਜਾਏਗੀ। ਔਰ ਤੀਸਰੀ ਚੀਜ਼ ਇਹਦੇ ਬਾਰੇ ਆ ਕਿ ਇਮਿਊਨਿਟੀ ਵਾਲੇ ਸਿਸਟਮ ਨੂੰ, ਇਮਿਊਨਿਟੀ ਦਾ ਜਿਹੜਾ ਸਿਸਟਮ ਹੈ ਉਹਨੂੰ ਇਹ ਬਿਹਤਰ ਕਰਦਾ ਹੈ। ਇਮਿਊਨਿਟੀ ਦਾ ਸਿਸਟਮ ਹੁੰਦਾ ਕੀ ਹੈ? ਕੁਵਤ ਮਦਾਫਤ ਨੂੰ ਬਿਹਤਰ ਕਰਦਾ ਹੈ, ਜਿਹੜਾ ਤੁਹਾਡੇ ਜਿਸਮ ਦੇ ਵਿੱਚ ਬਿਮਾਰੀਆਂ ਦੇ ਖਿਲਾਫ ਲੜਨ ਦੇ ਖਿਲਾਫ ਕੰਮ ਕਰਦਾ ਹੈ। ਉਹਦੇ ਲਈ ਇਸ ਤੋਂ ਵਧੀਆ ਤੋਹਫਾ ਕੋਈ ਨਹੀਂ ਹੈਗਾ। ਉਸ ਤੋਂ ਬਾਅਦ ਜਨਾਬ, ਉਸ ਤੋਂ ਵਧੀਆ ਸ਼ੈ ਅਗਲੀ ਇਹਦੀ ਏ, ਉਹ ਇਹ ਆ ਕਿ ਇਹਦੇ ਵਿੱਚ ਸ਼ੂਗਰ ਬਹੁਤ ਕਮ ਹੈ, ਸ਼ੂਗਰ ਦੇ ਮਰੀਜ਼ ਵੀ ਇਹਨੂੰ ਖਾ ਸਕਦੇ ਨੇ। ਉਸ ਤੋਂ ਬਾਅਦ ਜਨਾਬ ਇਹਦੇ ਵਿੱਚ ਪ੍ਰੋਟੀਨ ਬਹੁਤ ਕਮ, ਪ੍ਰੋਟੀਨ ਹੈ ਹੀ ਨਹੀਂ, ਯਾਨੀ ਫੈਟ ਹੈ ਹੀ ਨਹੀਂ ਦੀ, ਪ੍ਰੋਟੀਨ ਕਹਿ ਰਿਹਾ, ਫੈਟ ਇਹਦੇ ਵਿੱਚ ਹੈ ਹੀ ਨਹੀਂ। ਯਾਨੀ ਤੁਸੀਂ ਜਿੰਨਾ ਮਰਜ਼ੀ ਤਰਬੂਜ ਇਸਤੇਮਾਲ ਕਰੋ, ਦੁਨੀਆ ਦਾ ਵਾਹਿਦ ਫਰੂਟ ਹੈ ਜਿਹੜਾ ਜਿੰਨਾ ਮਰਜ਼ੀ ਖਾਓ ਤੁਹਾਡਾ ਜਿਸਮ ਮੋਟਾ ਨਹੀਂ ਹੋਏਗਾ, ਬਲਕਿ ਸਿਹਤਮੰਦ ਹੋਏਗਾ, ਮਜ਼ਬੂਤ ਹੋਏਗਾ। ਠੀਕ ਹੈ ਨਾ? ਉਸ ਤੋਂ ਇਲਾਵਾ ਜਨਾਬੇ ਵਾਲਾ ਓਵਰਆਲ ਤੁਹਾਡੇ ਗੁਰਦਿਆਂ ਦਾ ਇੱਕ ਐਸਾ ਵਾਸ਼ਰ ਹੈ ਕਿ ਜਿਹੜਾ ਦੁਨੀਆ ਜਹਾਨ ਤੇ ਕਿਤੇ ਨਹੀਂ ਮਿਲਦਾ। ਤੁਹਾਡੇ ਗੁਰਦਿਆਂ ਦਾ ਵਾਸ਼ਰ, ਗੁਰਦਿਆਂ ਨੂੰ ਵਾਸ਼ ਕਰਦਾ ਹੈ, ਤੁਹਾਡੇ ਪਾਣੀ ਦੇ ਨਿਜ਼ਾਮ ਨੂੰ ਬਹਾਲ ਕਰਦਾ ਹੈ। ਜਿੰਨੀ ਗਰਮੀ ਹੈ, ਜਿੰਨੀ ਸ਼ਦੀਦ ਗਰਮੀ ਹੈ, ਇਸ ਸ਼ਦੀਦ ਗਰਮੀ ਦੇ ਵਿੱਚ ਤੁਹਾਡੇ ਜਿਸਮ ਦੇ ਵਿੱਚ ਪਾਣੀ ਦੇ ਬੈਲੈਂਸ ਨੂੰ ਬਹਾਲ ਕਰਦਾ ਹੈ। ਦੁਨੀਆ 'ਚ ਕੋਈ ਐਸਾ ਫਰੂਟ ਨਹੀਂ ਯਾਰ, ਜਿਹੜੇ ਬੰਦੇ ਨੇ ਮੇਰੇ ਨਾਲ ਸ਼ਰਤ ਲਾਣੀ ਲਾ ਲਵੇ, ਦੁਨੀਆ 'ਚ ਕੋਈ ਐਸਾ ਫਰੂਟ ਨਹੀਂ ਜਿੰਦੇ ਇਹ ਜਿਹੜੇ ਫਵਾਇਦ ਜਿਹੜੇ ਇਸ ਤਰਬੂਜ ਦੇ ਦੱਸੇ ਨੇ ਤੁਹਾਨੂੰ, ਇਹਦੇ ਕਿਸੇ ਐਸੇ ਫਰੂਟ ਇੱਕ ਦੇ ਵਿੱਚ ਹੋਣ। ਔਰ ਇਹ ਇੰਤਹਾਈ ਫਜ਼ੂਲ ਤੇ ਘਟੀਆ ਤੇ ਟੀਕੇ ਦੇ ਡਾਕਟਰ ਨੇ
ਕੀ ਕੀਤਾ ਹੈ ਕਿ ਇੱਕ ਤਾਂ ਬਹਰਹਾਲ ਉਹ ਤਾਂ ਗੱਲ ਕੋਈ ਨਹੀਂ, ਰਿਜ਼ਕ ਅੱਲਾਹ ਤਾਲਾ ਦੀ ਜ਼ਾਤ ਵਾਰਸ ਹੈ। ਇੱਕ ਤਾਂ ਜ਼ਿੰਮੇਦਾਰਾਂ ਦੇ ਕਿਸਾਨਾਂ ਦੇ ਰਿਜ਼ਕ ਤੇ ਹੱਥ ਪਾਇਆ ਹੈ, ਜਿਹੜਾ ਕਿ ਉਹਨੂੰ ਇੰਜ ਨਹੀਂ ਸੀ ਕਹਿਣਾ ਚਾਹੀਦਾ। ਉਹਨੂੰ ਕਹਿਣਾ ਚਾਹੀਦਾ ਸੀ ਕਿ ਜਿਹੜਾ ਕੋਈ ਇੰਜ ਕਰਦਾ ਨਾ ਉਹਨੂੰ ਕੰਨ ਫੜਾ ਕੇ ਛਿੱਤਰ ਮਾਰੋ ਤੇ ਉਹਨੂੰ 3-3 ਮਹੀਨੇ ਜੇਲ੍ਹ 'ਚ ਤਾੜੋ। ਔਰ ਉਹ ਕਰਨ ਵਾਲੇ ਕੌਣ ਨੇ? ਉਹ ਵਪਾਰੀ ਨੇ, ਜਿਹੜੇ ਖਰੀਦ ਕੇ ਲਿਜਾ ਕੇ ਤੇ ਉਹ ਕਰਦੇ ਨੇ। ਜੇ ਕੋਈ ਕਰਦਾ ਹੈ ਤੇ ਅਸੀਂ ਤਾਂ ਵੈਸੇ ਇਸ ਗੱਲ ਨੂੰ ਜ਼ਿਹਨੀ ਤੌਰ ਤੇ ਐਕਸੈਪਟ ਹੀ ਨਹੀਂ ਕਰਦੇ ਕਿ ਕੋਈ ਕਰਦਾ ਹੈ, ਲੇਕਿਨ ਜੇ ਕੋਈ ਕਰਦਾ ਹੈ ਤਾਂ ਉਹਨੂੰ ਫੜ ਕੇ ਜੇਲ੍ਹ ਤਾੜੋ, ਉਹਨੂੰ ਛਿੱਤਰ ਮਾਰੋ, ਤਾਂ ਕਿ ਉਹਨੂੰ ਅਕਲ ਆਵੇ ਕਿ ਅਸੀਂ ਜਿਹੜਾ ਨਾ ਆਪਦੇ ਇਸ ਇਨਸਾਨੀਅਤ ਦੀ ਜਿੰਦੀ ਖੁਰਾਕ ਸਾਡੇ ਜ਼ੁਮੇ ਅੱਲਾਹ ਤਾਲਾ ਦੀ ਜ਼ਾਤ ਨੇ ਪਾਈ ਹੈ, ਠੀਕ ਹੈ ਨਾ, ਅਸੀਂ ਉਹਦੀ ਖੁਰਾਕ ਨੂੰ ਉਹਦੀ ਸਿਹਤ ਤੇ ਖੇਲਨੇ ਆ। ਔਰ ਐਸੀ ਚੀਜ਼ ਦੇ ਬਾਰੇ ਅਸੀਂ ਇੱਕ ਗਲਤ ਕਨਸੈਪਟ ਫੈਲਾਣੇ ਆ ਕਿ ਜਿਹੜੀ ਇੱਕ ਅੱਲਾਹ ਤਾਲਾ ਦੀ ਜ਼ਾਤ ਦਾ ਇੱਕ ਤੋਹਫਾ ਹੈ। ਤੇ ਬਹਰਹਾਲ ਮੈਂ तमाम ਦੋਸਤਾਂ ਨੂੰ ਜਿਹੜੇ ਵੀ ਸੁਣਨ ਵਾਲੇ ਨੇ, ਮੈਂ ਉਹਨਾਂ ਨੂੰ ਦਰਖਾਸਤ ਕਰਾਂਗਾ ਕਿ ਇਹਦੇ ਤੋਂ ਵਧੀਆ ਫਰੂਟ ਕੋਈ ਨਹੀਂ ਗਰਮੀ ਦਾ ਹੈਗਾ। ਇਹਨੂੰ ਖਾਓ, ਇਹਨੂੰ ਇੰਜੋਏ ਕਰੋ, ਆਪਣੇ ਬੱਚਿਆਂ ਨੂੰ ਵੀ ਖਵਾਓ। ਤੇ ਇਹ ਵੇਖੋ ਹੁਣ ਅਸੀਂ ਵੀ ਸ਼ੁਰੂ ਕਰਨ ਲੱਗੇ ਆ, ਤੇ ਇਹ ਵੇਖੋ ਜ਼ਰਾ ਖਾਓ ਦੇਸੀ ਤਰੀਕੇ ਨਾਲ, ਪੂਰੀ ਚੱਸ ਲਵੋ, ਨਾਲੇ ਤੁਹਾਨੂੰ ਪਤਾ ਲੱਗੇ ਮੋਟਰ ਦੇ ਕੰਢੇ ਤੇ ਬਹਿ ਕੇ ਦੁਹਾਣਾ ਕਿਵੇਂ ਖਾਈਦਾ ਹੈ। ਅੱਲਾ ਦੇ ਬੰਦਿਓ ਵੇਖੋ, ਨਾਲੇ ਜ਼ਰਾ ਚੱਸ ਲਵੋ। ਇਹ ਵੇਖੋ ਕੈਸਾ ਖੂਬਸੂਰਤ ਤਰਬੂਜ ਨਿਕਲਿਆ, ਤੇ ਇਹਨੂੰ ਹੁਣ ਅਸੀਂ ਕਿਵੇਂ ਖਾਵਾਂਗੇ? ਉਸੇ ਦੇਸੀ ਤਰੀਕੇ ਨਾਲ ਹੀ ਖਾਵਾਂਗੇ। ਇਹ ਵੇਖੋ ਜਿਹੜੀ ਚੀਜ਼ ਅਸੀਂ ਆਪਣੇ ਬੱਚਿਆਂ ਲਈ ਪਸੰਦ ਕਰਨੇ ਆ, ਉਹ ਚੀਜ਼ ਅਸੀਂ ਭਲਾ ਯਾਰ ਉਹਦੇ ਵਿੱਚ ਕੋਈ ਗਲਤ ਨਜਾਇਜ਼ ਕੋਈ ਉਹਦੇ ਵਿੱਚ ਕੋਈ ਚੀਜ਼ ਪਾ ਸਕਨੇ ਆ ਜਿਹੜੀ ਹੈਲਥ ਲਈ ਨੁਕਸਾਨਦੇਹ ਹੋਵੇ? ਲਾਨਤ ਤੇਰੀ ਐਸੀ ਡਾਕਟਰੀ ਤੇ